84 वाला दौर भी तुसीं देखिआ ते अज दा दौर भी असीं देख रहे हैं। ते सियाणे कहंदे ने, कहंदे ना तीरां तो ना तलवारां तो, सिख कौम डरे गद्दारां तो, मैनूं वैरी तो ही खतरा नहीं, खतरा है अपणिआं यारां तो। की सोचते हो कि अज कौम कित्थे खड़ी है? ਅਸੀਂ ਤਾਂ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੰਗਤ 'ਚ ਰਹੇ ਹਾਂ, ਉਦੋਂ ਵੀ ਚੜ੍ਹਦੀ ਕਲਾ ਵਿੱਚ ਅਸੀਂ ਤੇ ਉਦੋਂ ਵੀ ਪੰਥ ਪ੍ਰਸਤੀ ਪੂਰੀ ਸੀ ਅੰਦਰ, ਅੱਜ ਵੀ ਪੂਰੀ ਆ ਜੀ। ਜਿਹੜੇ ਡਿੱਗੇ ਨੇ ਉਹਨਾਂ ਵੱਲ ਦੇਖ ਰਹੇ ਹਾਂ ਵੀ ਉਹ ਕਿਉਂ, ਹੈ ਨਾ, ਵੀ ਆਪਾਂ ਕਿਉਂ ਗੁਰੂ ਤੋਂ ਤੇ ਗੁਰੂ ਸਿਧਾਂਤ ਤੋਂ ਮੂੰਹ ਮੋੜ ਲਿਆ। ਇਸੇ ਕਰਕੇ ਹੀ ਗੁਰੂ ਸਾਹਿਬ ਨੇ ਇਹ ਬਚਨ ਵੀ ਕਿਹਾ ਸੀਗਾ ਵੀ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂ ਇਹਨਾਂ ਕੀ ਪ੍ਰਤੀਤ। ਜੋ ਅੱਜ ਦੇ ਤੁਸੀਂ ਹਾਲਾਤਾਂ ਦੀ ਗੱਲ ਕਰ ਰਹੇ ਹੋ, ਇਸੇ ਕਰਕੇ ਹੀ ਆ ਸਾਡੇ ਹਾਲਾਤ ਇੱਦਾਂ ਦੇ ਬਣੇ ਵੀ ਅਸੀਂ ਵਿਪਰਨ ਕੀ ਰੀਤ ਜਾ ਰਹੇ ਹਾਂ। ਉਹ ਦੌਰ ਜਿਹੜਾ ਅਸੀਂ ਦੇਖਿਆ 84 ਵਾਲਾ ਬੜਾ ਜਜ਼ਬੇ ਵਾਲਾ ਸੀ, ਬੜਾ ਚੜ੍ਹਦੀ ਕਲਾ ਵਾਲਾ ਸੀ, ਕਿਉਂਕਿ ਉਹਦਾ ਆਗੂ ਜਿਹੜਾ ਉਹ ਨਿਰਭਉ ਤੇ ਨਿਰਵੈਰ ਸੀ ਜੀ, ਉਹ ਕਮਿਟਡ ਸੀ ਜੀ ਵੀ ਕੌਮ ਨੂੰ ਆਜ਼ਾਦ ਕਰਾਉਣਾ ਹੈ, ਕੌਮ ਨੂੰ ਅਹਿਸਾਸ ਕਰਾਉਣਾ ਵੀ ਕੌਮ ਗੁਲਾਮ ਹੈ ਤੇ ਇਸ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚੋਂ ਜਕੜੀ ਹੋਈ ਕੌਮ ਨੂੰ ਆਪਾਂ ਬਾਹਰ ਕਰਨਾ ਹੈ। ਅਤੇ ਉਹ ਅਸੀਂ ਚੜ੍ਹਦੀ ਕਲਾ ਦੇ ਵਿੱਚ ਉਹ ਸਾਰਾ ਸਮਾਂ ਜਿਹੜਾ ਅਸੀਂ ਹੰਢਾਇਆ। ਅੱਜ ਵੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ, ਅੱਜ ਵੀ ਅਸੀਂ ਉੱਥੇ ਖੜ੍ਹੇ ਹਾਂ। ਅਸੀਂ ਆਪਣੇ ਫਰਜ਼ ਪੂਰੇ ਤਨਦੇਹੀ ਨਾਲ ਨਿਭਾ ਰਹੇ ਹਾਂ ਜੀ। ਪਰ ਇੱਕ ਚੀਜ਼ ਹੈ ਨਾ ਕਿ ਨੌਜਵਾਨੀ ਅੱਜ ਦੀ ਵੀ ਕਹਿੰਦੀ ਹੈ ਸਾਨੂੰ ਇੱਕ ਆਗੂ ਚਾਹੀਦਾ, ਪਰ ਆਗੂ ਜਿਹੜੇ ਵੀ ਅੱਗੇ ਲੱਗਦੇ ਨੇ, ਬਰਗਾੜੀ ਮੋਰਚੇ ਦਾ ਤੁਸੀਂ ਹਾਲ ਦੇਖਿਆ ਜੋ ਹੋਇਆ, ਤੇ ਹੁਣ ਇੱਕ ਨੌਜਵਾਨਾਂ ਦੇ ਜ਼ਹਿਨ ਦੇ ਵਿੱਚ ਦੀਪ ਸਿੱਧੂ ਦਾ ਨਾਮ ਬੜੇ ਜ਼ੋਰਾਂ 'ਤੇ ਸੀਗਾ, ਪਰ ਉਹ ਵੀ ਕੌਮ ਨੂੰ ਇੱਕ ਵੱਡਾ ਘਾਟਾ ਪਿਆ ਕਿ ਵਿੱਚ ਨਹੀਂ ਰਿਹਾ। ਸੰਤਾਂ ਦੀ ਤੁਸੀਂ ਸੰਗਤ ਕੀਤੀ ਹੈ, ਸੰਤਾਂ ਦੇ ਜੋ ਵਚਨ ਹੁੰਦੇ ਸੀ, ਜੋ ਪ੍ਰਵਚਨ ਉਹਨਾਂ ਦੇ ਹੁੰਦੇ ਸੀ, ਅਜਿਹਾ ਕੀ ਸੀ ਉਹਦੇ ਵਿੱਚ ਕਿ ਨੌਜਵਾਨੀ ਮਤਲਬ ਡਾਰਾਂ ਦੀਆਂ ਡਾਰਾਂ ਆਉਂਦੀਆਂ ਸੀ, ਮੋਨੇ ਕੋਨੇ ਹੁੰਦੇ ਸੀ ਅਤੇ ਅੰਮ੍ਰਿਤ ਦੀ ਦਾਤ ਲੈ ਕੇ ਉੱਥੋਂ ਜਾਂਦੀਆਂ ਸੀ। ਅਜਿਹਾ ਕੀ ਵੱਖ ਸੀ ਸੰਤਾਂ ਦੇ ਵਿੱਚ ਜੋ ਉਸ ਤੋਂ ਬਾਅਦ ਅੱਜ ਤੱਕ 36 ਸਾਲਾਂ ਦੇ ਵਿੱਚ ਇੱਕ ਵੀ ਆਗੂ ਅਸੀਂ ਪੈਦਾ ਨਹੀਂ ਕਰ ਸਕੇ? ਇੱਥੇ ਕਿਤੇ ਕਮਜ਼ੋਰੀ ਰਹਿ ਗਈ ਹੈ ਸਾਡੇ ਸਮਝਣ ਦੇ ਵਿੱਚ ਵੀ ਉਦੋਂ ਵੀ ਧਿਆਨ ਸਿੰਘ ਡੋਗਰੇ ਦੇ ਵਾਰਸ ਜਿਹੜੇ, ਉਹਨਾਂ ਦੇ ਵੰਸ਼ਜ ਜਿਹੜੇ ਨੇ, ਉਦੋਂ ਸੰਤ ਜਰਨੈਲ ਸਿੰਘ ਦੇ ਨਾਲ ਸੀਗੇ ਅਤੇ ਅੱਜ ਵੀ ਉਹ ਹਾਲਾਤ ਬਣੇ ਨੇ। ਦੁਸ਼ਮਣ ਨੇ ਸਿਰਫ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸਾਂਭਣ ਵਾਸਤੇ ਨਹੀਂ ਸੀ ਦਰਬਾਰ ਸਾਹਿਬ 'ਤੇ ਫੌਜ ਚਾੜੀ, ਦੁਸ਼ਮਣ ਨੇ ਸਾਡੀ ਆਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕੀਤਾ ਕਿ ਇਹਨਾਂ ਦੀ ਆਸਥਾ ਜਿਹੜੀ ਹੈ, ਜਿੱਥੋਂ ਇਹਨਾਂ ਨੂੰ ਪਾਵਰ ਮਿਲਦੀ ਹੈ, ਜਿੱਥੋਂ ਇਹਨਾਂ ਨੂੰ ਤਾਕਤ ਮਿਲਦੀ ਹੈ, ਜਿਸ ਧੁਰੇ ਨਾਲੇ ਬੱਝੇ ਹੋਏ ਨੇ, ਉਸ ਆਸਥਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਵੇ। ਅਤੇ ਕੌਮ ਦਾ ਆਗੂ ਤਾਂ ਉੱਥੇ ਮੋਰਚਾ ਲਾ ਕੇ ਬੈਠਾ ਹੀ ਸੀਗਾ, ਕੌਮ ਦੀ ਲੜਾਈ ਲੜ ਰਿਹਾ ਸੀ ਜੀ, ਕੌਮ ਦੇ ਹੱਕਾਂ ਦੀ ਗੱਲ ਕਰ ਰਿਹਾ ਸੀ। ਉਹਦੇ ਵਿੱਚ ਇੰਨਾ ਹੀ ਫਰਕ ਸੀਗਾ ਵੀ ਉਹ ਗੁਰੂ ਦੇ ਹੁਕਮ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਸੀਗੇ ਅਤੇ ਡਰਾਮੇਬਾਜ਼ ਨਹੀਂ ਸੀ ਹੈਗੇ, ਕਮਿਟਡ ਸੀਗੇ। ਮੈਂ ਪਹਿਲਾਂ ਵੀ ਕਿਹਾ ਵੀ ਉਹ ਕਮਿਟਡ ਸਿੱਖ ਸੀ, ਗੁਰੂ ਦੇ ਨਿਰਭਉ ਅਤੇ ਨਿਰਵੈਰ ਸੀ। ਉਹਨਾਂ ਦੀ ਆਸਥਾ ਜਿਹੜੀ ਹੈ ਉਹ ਕਮਜ਼ੋਰ ਨਹੀਂ ਸੀ ਜੀ, ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਬਿਮਾਰ ਨਹੀਂ ਸੀ ਜੀ, ਉਹ ਚੜ੍ਹਦੀ ਕਲਾ ਵਿੱਚ ਆਪ ਸੀਗੇ। ਉਹ ਗੁਰੂ ਦੇ ਸਿਧਾਂਤ ਦੇ ਉੱਤੇ ਪਹਿਰਾ ਦੇ ਰਹੇ ਸੀ ਅਤੇ ਉਹਨਾਂ ਦੇ ਸੰਗੀ ਸਾਥੀ ਜਿਹੜੇ ਨੇ ਉਹ ਮਰਜ਼ੀ ਬੜੇ ਉਹਨਾਂ ਦੇ ਅੱਗੇ ਸਰੈਂਡਰ ਕਰਕੇ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਭਰੋਸਾ ਕਰਕੇ ਆਪਣੀ ਕੌਮ ਦੀ ਲੜਾਈ ਲੜ ਰਹੇ ਸੀ। ਬਿਲਕੁਲ ਜੀ, ਲੜਾਈ ਤਾਂ ਲੜ ਰਹੇ ਸੀ, ਪਰ ਅੱਜ ਅਗਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਵਾਲ ਚੱਕੇ ਜਾਂਦੇ ਨੇ ਅਤੇ ਇਹ ਪ੍ਰਤੱਖ ਹੋ ਗਿਆ, ਚਿੱਠੀਆਂ ਸਾਹਮਣੇ ਆ ਗਈਆਂ, ਸਭ ਕੁਛ ਆ ਗਿਆ ਕਿ ਸੰਤਾਂ ਨੂੰ ਵੀ ਧੋਖਾ ਦੇਣ ਵਾਲੇ ਸਾਡੇ ਆਪਣੇ ਹੀ ਸੀ। ਅਜਿਹਾ ਹੁਣ ਕੀ ਕਰੇ ਕੌਮ, ਕਿਉਂਕਿ ਕੌਮ ਦੇ ਵਿੱਚ ਉਦੋਂ ਜਿੰਨਾ ਖਿਲਾਰਾ ਸੀ ਉਸ ਤੋਂ ਕਿਤੇ ਜ਼ਿਆਦਾ ਹੁਣ ਵੱਧ ਗਿਆ ਹੈ। ਸਿੰਘਾਂ ਦੀ ਗਿਣਤੀ ਜਿੱਥੇ ਵਧੀ ਹੈ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ, ਉੱਥੇ ਮਸੰਦਾਂ ਦੀ ਗਿਣਤੀ ਵੀ ਦੁੱਗਣੀ ਤਿੱਗਣੀ ਹੋ ਗਈ ਅਤੇ ਅੱਜ ਸ਼ਾਇਦ ਸਿੱਖ ਕੌਮ ਦੇ ਨਾਲ ਬਹੁਤ ਘੱਟ ਹੋਣਗੇ ਜਿਹਨਾਂ ਨੂੰ ਕੋਈ ਮਤਲਬ ਹੈ, ਜਿਹੜੇ ਜਾਨ ਦੇ ਸਕਦੇ ਨੇ ਕੌਮ ਵਾਸਤੇ, ਸਿਰ ਧੜ ਦੀ ਬਾਜ਼ੀ ਲਾ ਸਕਦੇ ਨੇ। ਪਰ ਹਾਂ, ਅਜਿਹੇ ਬਹੁਤ ਜ਼ਿਆਦਾ ਨੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾਂ ਦੇ ਸਿਰ ਲਹਾ ਸਕਦੇ ਨੇ ਆਪਣੀਆਂ ਕੁਰਸੀਆਂ ਪਿੱਛੇ। ਅਤੇ ਹੁਣ ਅਗਰ ਕੌਮ ਨੂੰ ਅੱਗੇ ਅਸੀਂ ਤੋਰਨਾ ਆ, ਸਾਨੂੰ ਪਤਾ ਹੈ ਵੀ ਅਸੀਂ ਕਿਉਂ ਕਿਸੇ ਵੱਲ ਦੇਖੀਏ। ਨੌਜਵਾਨੀ ਨੂੰ ਪਤਾ ਹੈ ਵੀ ਅਸੀਂ ਕੋਈ ਆਗੂ ਸਾਨੂੰ ਨਹੀਂ ਸਿੱਧਾ ਰਾਹ ਵਿਖਾ ਸਕਦਾ। ਹੁਣ ਸਾਨੂੰ ਆਪ ਇਕੱਲੇ ਨੂੰ ਆਗੂ ਬਣ ਕੇ ਅੱਗੇ ਜਾਣਾ ਪੈਣਾ ਆ। ਤਾਂ ਮੈਂ ਜ਼ਰੂਰ ਚਾਹਾਂਗਾ ਕਿ ਵੀ ਤੁਸੀਂ ਇੱਕ ਵਾਰ ਨੌਜਵਾਨੀ ਨੂੰ ਇਹ ਚੀਜ਼ ਆਪਣੇ ਤਰੀਕੇ ਸਮਝਾਉਣ ਦੀ ਪਲੀਜ਼ ਕੋਸ਼ਿਸ਼ ਕਰੋ ਵੀ ਕਿੱਦਾਂ ਇਹ ਨੌਜਵਾਨੀ ਸਿਰ ਜੋੜੇ ਅਤੇ ਕਿੱਦਾਂ ਅੱਗੇ ਵਧੇ, ਕਿਉਂਕਿ ਨੌਜਵਾਨਾਂ ਅੰਦਰ ਜੋਸ਼ ਬਹੁਤ ਆ, ਪਰ ਉਹਨਾਂ ਨੂੰ ਹੋਸ਼ ਦੇ ਨਾਲ ਚੈਨਲਾਈਜ਼ ਕਰਕੇ ਅੱਗੇ ਤੋਰਨ ਦੀ ਲੋੜ ਹੈ ਅਤੇ ਉਹ ਹੋਸ਼ ਉਹਨਾਂ ਦਾ ਜੋਸ਼ ਦੇ ਨਾਲ ਮੈਚ ਕਰਕੇ ਇੱਕ ਲੈਵਲ 'ਤੇ ਲਿਆ ਕੇ ਅੱਗੇ ਤੋਰਨ ਵਾਲਾ ਥਾਪੜਾ ਦੇ ਕੇ ਕੋਈ ਨਹੀਂ ਹੈ। ਗਲਤ ਗਾਈਡ ਕਰਨ ਵਾਲੇ ਬਹੁਤ ਨੇ, ਗਲਤ ਪਾਸੇ ਤੋਰਨ ਵਾਲੇ ਬਹੁਤ ਨੇ। ਦੇਖੋ, ਕੋਈ ਸ਼ੱਕ ਨਹੀਂ ਵੀ ਜੂਨ 1984 ਦੇ ਵਿੱਚ ਜੋ ਦਰਬਾਰ ਸਾਹਿਬ ਦੇ ਅੰਦਰ ਵਾਪਰਿਆ ਜਾਂ ਸਾਡੀ ਕੌਮ ਨਾਲ ਵਾਪਰਿਆ, ਸਿਰਫ ਇੱਕ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸੀ, 37 ਗੁਰਦੁਆਰਿਆਂ ਦੇ ਵਿੱਚ ਹੋਰ ਵੀ ਉਹਨਾਂ ਨੇ
ਅਟੈਕ ਕਰਕੇ ਤੇ ਕੌਮ ਦੀ ਲੀਡਰਸ਼ਿਪ ਨੂੰ 2 ਨੰਬਰ ਦੇ ਉੱਤੇ ਟਾਰਗੇਟ ਕਰ ਲਿਆ। ਪਹਿਲਾਂ ਸਾਡੀ ਆਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਰ ਲਿਆ, ਮੁੜ ਕੇ ਸਾਡੀ ਲੀਡਰਸ਼ਿਪ, ਤੇ ਉਹਦੇ ਵਿੱਚ ਅੱਧੀ ਲੀਡਰਸ਼ਿਪ ਜਿਹਨੇ ਮੋਰਚਾ ਨਾਲ ਲਾਇਆ ਸੀਗਾ ਅਨੰਦਪੁਰ ਸਾਹਿਬ ਦੇ ਮੱਤੇ ਦੇ ਉੱਤੇ, ਜਿਹੜੇ ਕਹਿ ਰਹੇ ਸੀਗੇ ਸਾਡੀਆਂ ਛਾਤੀਆਂ ਤੋਂ ਟੈਂਕ ਲੰਘ ਕੇ ਜਾਣਗੇ, ਉਹ ਸਰਕਾਰ ਦੇ ਚੱਪਲੀ ਝਾੜ ਨਿਕਲੇ। ਬਿਲਕੁਲ। ਤਾਂ ਜਿਹੜੇ ਸਹੀ ਜਿਹੜੇ ਕਮਿਟਡ ਗੁਰੂ ਦੇ ਸਿੱਖ ਸੀਗੇ, ਜਿਵੇਂ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਲੜ ਰਹੇ ਸੀਗੇ, ਜਿਨ੍ਹਾਂ ਨੇ ਸਿਰਫ ਜਿਨ੍ਹਾਂ ਨੂੰ ਇੰਨਾ ਸੀਗਾ ਵੀ ਅਸੀਂ ਗੁਰੂ ਦੀ ਖੁਸ਼ੀ ਜਿਹੜੀ ਹੈ ਸਾਡੇ ਵਾਸਤੇ ਉਹ ਮੁੱਖ ਆ, ਹੈ ਨਾ। ਉਹਨਾਂ ਨੂੰ ਕੁਝ ਨਹੀਂ ਸੀ ਚਾਹੀਦਾ, ਨਾ ਉਹ ਰਾਜ ਚਾਹੀਦਾ ਸੀ, ਨਾ ਉਹਨਾਂ ਨੂੰ ਮੁਕਤੀ ਚਾਹੀਦੀ। ਉਹਨਾਂ ਨੇ ਸਿਰਫ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਮੰਗੀ ਸੀ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹਦੇ ਵਿੱਚ 3 ਕੈਟਾਗਰੀਆਂ ਬਣ ਗਈਆਂ ਸੀ, 3 ਗ੍ਰੇਡਾਂ ਦੇ ਵਿੱਚ ਕੌਮ ਨੂੰ ਵੰਡਿਆ। ਇਹ ਏ ਗ੍ਰੇਡ ਦੇ ਲੋਕ ਜਿਹੜੇ ਸੀ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਸੰਤਾਂ ਦੀ ਅਗਵਾਈ ਦੇ ਵਿੱਚ। ਜਿਹੜੇ ਬੀ ਗ੍ਰੇਡ ਦੇ ਲੋਕ ਸੀ ਉਹ ਫੜ ਕੇ ਉਹਨਾਂ ਨੇ ਜੇਲ੍ਹਾਂ 'ਚ ਡੱਕ ਦਿੱਤੇ। ਜਿਹੜੇ ਸੀ ਗ੍ਰੇਡ ਦੇ ਲੋਕ ਸੀ ਉਹ ਲੀਡਰਸ਼ਿਪ ਬਣ ਗਈ ਪਿੱਛੋਂ, ਮੋਰਚਾ ਸੰਭਾਲਣ ਵਾਲੇ, ਜਿੱਥੇ ਅਸੀਂ ਕਮਜ਼ੋਰ ਪੈ ਗਏ। ਉਹ ਜਿਹੜੀ ਸੀ ਗ੍ਰੇਡ ਦੇ ਲੋਕ ਜਿਹੜੇ ਸੀਗੇ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਸੀ ਚੱਲਦੀਆਂ, ਹਾਲਾਤ ਇੰਨੇ ਜ਼ਿਆਦਾ ਨਾਜ਼ੁਕ ਸੀ। ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ ਦਾ ਕਮਿਟਡ ਹੋਣਾ ਤੇ ਉਹ ਲਕੀਰ ਦੇ ਫਕੀਰ ਹੋਣਾ, ਜਾਂ ਕੌਮ ਦੀ ਆਜ਼ਾਦੀ ਦੀ ਲੜਾਈ ਨੂੰ, ਉਸ ਜੰਗ ਨੂੰ ਜਾਰੀ ਰੱਖਣਾ, ਲੀਡਰਸ਼ਿਪ ਦੇ ਉਸ ਲੀਡਰਸ਼ਿਪ ਦੇ ਵਾਸਤਾ ਰੋਕ ਨਹੀਂ ਸੀ, ਜਿਸ ਦਾ ਅਜੇ ਹੁਣ ਤੱਕ ਅਸੀਂ ਖਮਿਆਜਾ ਭੁਗਤ ਰਹੇ ਹਾਂ। ਫਿਰ ਅਸੀਂ 24-25 ਸਾਲ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਅਗਵਾਈ, ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬਦਲ ਲੱਭਦੇ ਰਹੇ। ਬਿਲਕੁਲ। ਜਿਹੜਾ ਸਾਨੂੰ ਮਿਲਿਆ ਨਹੀਂ, ਬਿਲਕੁਲ, ਔਰ ਨਾ ਕਦੀ ਮਿਲਣਾ। ਠੀਕ ਹੈ ਕਿ ਨਹੀਂ। ਇੱਥੇ ਅਸੀਂ ਟਾਈਮ ਬਹੁਤ ਜ਼ਿਆਦਾ ਆਪਣਾ ਕੌਮ ਦਾ ਵੇਸਟ ਕੀਤਾ। ਜਵਾਨੀ ਸਾਰੀ ਜਿਹੜੀ ਸੀ ਉਹ ਫਿਰ ਜ਼ਾਲਮਾਂ ਨੇ ਸਾਡੀ 4 ਚੁਫੇਰੇ ਤੋਂ ਘੇਰਾਬੰਦੀ ਕਰਕੇ ਸਾਡੀ ਜਵਾਨੀ ਨੂੰ ਉਹਨੇ ਟਾਰਗੇਟ ਕਰ ਲਿਆ। ਜਵਾਨੀ ਸਾਡੀ ਘਰ ਬਾਹਰ ਛੱਡ ਕੇ ਤੇ ਜੰਗਲਾਂ ਦੇ ਵੱਲ ਨੂੰ ਮੂੰਹ ਕਰ ਲਿਆ ਉਹਨਾਂ ਨੇ। ਹਥਿਆਰਬੰਦ ਲੜਾਈ ਲੜੀ ਗਈ, 10-15 ਸਾਲ ਹਥਿਆਰਬੰਦ ਲੜਾਈ ਲੜੀ ਉਹਨਾਂ ਨੇ, ਪਰ ਲੇਕਿਨ ਉਹਨਾਂ ਨੂੰ ਕਿਸੇ ਆਗੂ ਦੀ ਅਗਵਾਈ ਚਾਹੀਦੀ ਸੀ, ਔਰ ਉਹ ਆਗੂ ਲੈਸ ਲੜਦੇ ਰਹੇ ਬਿਨਾਂ ਆਗੂ ਤੋਂ, ਜਿਹਦਾ ਕੁਝ ਨਹੀਂ ਬਣਿਆ, ਜਿਹਦਾ ਵੱਡੀ ਪੱਧਰ ਤੇ ਸਾਡਾ ਨੁਕਸਾਨ ਹੋਇਆ। ਇੱਕ ਸਮਾਂ ਇਦਾਂ ਦਾ ਵੀ ਆ ਗਿਆ ਵੀ ਸਾਡਾ ਕੋਈ ਨੌਜਵਾਨ ਬੱਚਾ ਪੰਜਾਬ ਦੇ ਵਿੱਚ ਲੱਭਦਾ ਨਹੀਂ ਸੀ, ਰੇਰ ਬੈਰੋ ਦੇ ਸਮੇਂ, ਗਿੱਲ ਦੇ ਸਮੇਂ। ਬਿਲਕੁਲ। ਹੁਣ ਅੱਜ ਦੇ ਜੋ ਹਾਲਾਤ ਬਣੇ ਨੇ ਉਹ ਇਸ ਤੋਂ ਵੀ ਜ਼ਿਆਦਾ ਬਿਹਤਰ ਹੋ ਗਏ ਨੇ ਵੀ 4 ਚੁਫੇਰੇ ਤੋਂ ਦੁਸ਼ਮਣ ਨੇ ਤਾਂ ਘੇਰਾਬੰਦੀ ਕਰ ਲਈ ਉਹਨੇ। ਆ ਹੁਣ ਤੁਸੀਂ ਦੇਖ ਰਹੇ ਵੀ ਆ ਜਿਹੜੇ ਭਾਈ ਭਗਵਾਨ ਸਿੰਘ ਖੋਜੀ, ਜਿਨ੍ਹਾਂ ਦੇ ਅੱਜ ਸਮਾਗਮ ਤੇ ਅਸੀਂ ਇੱਥੇ ਹਾਜ਼ਰੀ ਭਰਨ ਆਏ ਹਾਂ, ਇਹ ਜਿਹੜੀ ਖੋਜ ਇਹਨਾਂ ਨੇ ਅੱਜ ਜਾ ਕੇ ਇਹਨਾਂ ਨੇ ਥੱਲਿਓਂ ਮਤਲਬ ਪਤਾਲ ਦੀ ਤਹਿ ਤੱਕ ਪਹੁੰਚੇ ਨੇ, ਤੇ ਜੋ ਖੋਜ ਕੀਤੀ ਹੈ ਇਹਨਾਂ ਨੇ ਕੌਮ ਦੀ ਝੋਲੀ 'ਚ ਪਾਈ ਆ, ਉਹ ਵੀ ਇੱਕ ਬਹੁਤ ਵੱਡਾ ਕਾਰਜ ਸੀ। ਬਿਲਕੁਲ। ਔਰ ਇਸ ਪੱਖ ਤੋਂ ਸਾਡੀ ਨਸਲਕੁਸ਼ੀ ਜ਼ਿਆਦਾ ਹੋ ਰਹੀ ਸੀ। ਬਿਲਕੁਲ। ਵੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ, ਸਾਡੀ ਜਵਾਨੀ ਜਿਹੜੀ, ਸਾਡਾ ਬਚਪਨ ਜਿਹਨੇ ਕੱਲ੍ਹ ਉੱਠਣਾ ਹੈ, 3 ਪੀੜ੍ਹੀਆਂ ਹੋਰ ਜਿਹੜੀਆਂ ਆਉਣ ਵਾਲੀਆਂ ਨੇ, ਉਹਨਾਂ ਦੀ ਝੋਲੀ 'ਚ ਅਸੀਂ ਕੀ ਪਾ ਕੇ ਜਾ ਰਹੇ ਹਾਂ, ਉਹਨਾਂ ਨੂੰ ਕੀ ਦੇ ਕੇ ਜਾ ਰਹੇ ਹਾਂ। ਬਿਲਕੁਲ। ਉਹ ਸਾਡੇ ਵਾਸਤੇ ਬਹੁਤ ਵੱਡਾ ਮਤਲਬ ਇੱਕ ਚੈਲੰਜ ਸੀਗਾ। ਤੇ ਇੱਥੋਂ ਇਹ ਵੀ ਕੋਈ ਗੱਲ ਨਹੀਂ, ਇੰਨਾ ਡਿਮੋਰਲਾਈਜ਼ ਹੋਣ ਦੀ ਕੋਈ ਲੋੜ ਨਹੀਂ ਗੀ। ਸਭ ਅੱਛਾ ਤੇ ਨਹੀਂ ਹੈਗਾ, ਪਰ ਇਹ ਹੈ ਵੀ ਕੁਝ ਖਤਮ ਵੀ ਨਹੀਂ ਹੋਇਆ, ਖਤਮ ਨਹੀਂ ਹੋਇਆ। ਕੌਮ ਦੇ ਅੰਦਰ ਜਜ਼ਬਾ ਪੂਰਾ ਹੈ, ਕੌਮ ਦੇ ਅੰਦਰ ਪੰਥ ਪ੍ਰਸਤੀ ਪੂਰੀ ਹੈ, ਕਮਿਟਡ ਨੇ ਪੂਰੇ। ਸਾਡੀ ਜਵਾਨੀ ਬਹੁਤ ਅੰਦਰ ਉਹਨਾਂ ਦੀ ਅੱਗ ਬਲ ਰਹੀ ਆ, ਕੌਮ ਦਾ ਦਰਦ ਉਹ ਲੈ ਕੇ ਤੇ ਮਤਲਬ ਵਿਚਰ ਰਹੇ ਨੇ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਇਸ ਧਰਤੀ ਦੇ ਉੱਤੇ। ਤੇ ਜਿਵੇਂ ਹੁਣੇ ਆ ਤੁਸੀਂ ਦੇਖ ਲਓ ਵੀ ਇੱਕ ਦੀਪ ਸਿੱਧੂ ਬੇਟਾ, ਮੇਰਾ ਖਿਆਲ ਆ ਵੀ ਉਹ ਪਹਿਲੀ ਵਾਰੀ ਮੈਂ ਉਹਨੂੰ 42 ਮਿੰਟ ਉਹਦੇ ਨਾਲ ਖੜੇ ਗੱਲ ਕੀਤੀ ਸ਼ੰਭੂ ਬੈਰੀਅਰ ਤੇ, ਪਹਿਲੀ ਵਾਰੀ ਮਿਲੀ ਤੇ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ। ਮੈਂ ਉਹਨੂੰ ਦੱਸਿਆ ਵੀ 84 ਕਿਉਂ ਵਾਪਰੀ, ਕਿਵੇਂ ਵਾਪਰੀ, ਅਸੀਂ ਕਿਵੇਂ ਆਪਣੇ ਪਿੰਡੇ ਤੇ ਹੰਡਾਈ। ਸੰਤ ਜਰਨੈਲ ਸਿੰਘ ਕੀ ਸੀਗੇ, ਉਹ ਕੀ ਚਾਹੁੰਦੇ ਸੀ, ਤੇ ਉਹ ਕਿਵੇਂ ਉਹਨਾਂ ਨੇ ਉਹ ਲੜਾਈ ਲੜੀ, ਕਿਵੇਂ ਜਿੱਤੀ। ਉਹ ਜਦੋਂ ਮੈਂ ਉਹਦੇ ਨਾਲ 42 ਮਿੰਟ ਗੱਲ ਕੀਤੀ, ਉਹਨੇ ਜਿਹੜਾ ਉੱਥੇ ਉਹਨੇ ਕਮਿਟਮੈਂਟ ਕੀਤੀ, ਉਹ ਆਪਣੇ ਆਖਰੀ ਦਮ ਤੱਕ ਨਿਭਾ ਗਿਆ। ਕੀ ਕਮਿਟਮੈਂਟ ਕੀਤੀ ਸੀ ਉਹਨੇ ਨਹੀਂ, ਜੋ ਮੈਂ ਉਹਨੂੰ ਦੱਸਿਆ ਵੀ ਸਾਡੀ ਅੱਜ ਦੀ ਮਤਲਬ ਸਾਨੂੰ ਹੁਣ ਕੀ ਕਰਨਾ ਚਾਹੀਦਾ। ਤੇ ਸੰਤ ਜਰਨੈਲ ਸਿੰਘ ਨੇ ਆਪਣਾ ਸੰਘਰਸ਼ ਜਿਹੜਾ ਉਹ ਜੂਨ 84 ਤੱਕ ਕਿਵੇਂ ਉਹ ਲੈ ਕੇ ਗਏ, ਕਿਹਨਾਂ ਚੁਣੌਤੀਆਂ ਦਾ ਉਹਨਾਂ ਨੇ ਸਾਹਮਣਾ ਕੀਤਾ, ਔਰ ਘਰ ਦੇ ਜਿਹੜੇ ਬੁੱਕਲ ਦੇ ਸੱਪਾਂ ਨੇ ਕਿੰਨਾ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਵੀ ਉਹਨਾਂ ਨੇ ਸਾਨੂੰ ਚੈਲੰਜ ਦਿੱਤੇ, ਸੰਤ ਜਰਨੈਲ ਸਿੰਘ ਨੇ ਖੜੀ ਮਿੱਥੇ ਕਬੂਲੇ ਵੀ, ਤੇ ਉਹਨਾਂ ਤੋਂ ਸਾਵਧਾਨ ਰਹਿ ਕੇ ਉਹਨਾਂ ਨੇ ਘਰ 'ਚ ਨਹੀਂ ਉਲਝੇ, ਤੇ ਉਹਨਾਂ ਨੇ ਸਰਕਾਰ ਨਾਲ ਟੱਕਰ ਰੱਖੀ। ਇਹ ਸਾਡੀ ਲੜਾਈ ਸੈਂਟਰ ਗੌਰਮੈਂਟ ਨਾਲ ਹੈ, ਸਾਡੀ ਘਰ 'ਚ ਦੁਸ਼ਮਣ ਲੜਾਈ ਪਾਉਣਾ ਚਾਹੁੰਦਾ, ਮੈਂ ਇਸ ਗੱਲ ਤੋਂ ਅਵੇਅਰ ਹਾਂ।
ਮਤਲਬ ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਸੀਗੀ। ਦੂਰਅੰਦੇਸ਼ੀ ਸੀ ਉਹਨਾਂ ਦੀ, ਭਗਤੀ ਸੀ ਉਹਨਾਂ ਦਾ, ਸਿਮਰਨ ਸੀ, ਜਪ ਤਪ ਸੀ ਉਹਨਾਂ ਦੀ, ਕਮਿਟਮੈਂਟ ਸੀ, ਉੱਚਾ ਸੁੱਚਾ ਜੀਵਨ ਸੀ ਉਹਨਾਂ ਦਾ, ਕਰੈਕਟਰ ਇੰਨਾ ਉੱਚਾ ਸੀ, ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਚੈਲੰਜ ਨਹੀਂ ਕਰ ਸਕਦੀ ਜੀ। ਮੈਂ ਤਾਂ ਜੀ ਇੱਕ ਹੋਰ ਚੀਜ਼ ਜਾਣਨਾ ਚਾਹਾਂਗਾ, 84 ਤੋਂ ਤੁਹਾਡੇ ਸਾਹਮਣੇ ਸਾਰਾ ਕੁਝ ਵਾਪਰਿਆ, ਬਹੁਤ ਲੰਬਾ ਸਮਾਂ ਤੁਸੀਂ ਸੰਤਾਂ ਦੀ ਸੰਗਤ ਦੇ ਵਿੱਚ ਵੀ ਰਹੇ 84 ਵੇਲੇ, ਕਿਉਂਕਿ ਸੰਗਤ ਨੂੰ ਸਭ ਕੁਝ ਪਤਾ ਹੈ, ਪਰ ਤੁਹਾਡੇ ਤੋਂ ਜਾਣਨਾ ਚਾਹਾਂਗਾ ਇੱਕ ਵਾਰ, ਕਿਉਂਕਿ ਸੰਗਤ ਨੂੰ ਜਿੰਨੀ ਵਾਰ ਅਸੀਂ ਸਮਝਾਈਏ ਉਨੀ ਵਾਰ ਘੱਟ ਹੈ ਕਿ 84 ਦੇ ਵਿੱਚ ਅਸੀਂ ਖਤਾ ਕਿਉਂ ਖਾਧੀ, ਆਖਿਰ ਉਹ ਕਿਹੜੇ ਸਾਡੀ ਬੁੱਕਲ ਦੇ ਸੱਪ ਸੀ ਤੁਸੀਂ ਕਹਿ ਕੇ ਹਟੇ ਹੋ ਜਿਨ੍ਹਾਂ ਦੇ ਕਰਕੇ ਅਸੀਂ ਖਤਾ ਖਾਧੀ, ਜਿਨ੍ਹਾਂ ਨੇ ਬੜੇ ਚਿਰ ਤੱਕ ਕੌਮ ਨੂੰ ਫੇਰ ਵੀ ਧੋਖਾ ਦਿੱਤਾ ਨਕਾਬ ਪਾ ਕੇ, ਕੌਮ ਦੇ ਹਿਮਾਇਤੀ ਹਿਤੈਸ਼ੀ ਬਣੇ ਰਹੇ, ਪਰ ਉਹੀ ਸੀ ਜਿਹੜੇ ਲਗਾਤਾਰ ਕੌਮ ਨੂੰ ਇੱਕ ਡੂੰਘੀ ਖਾਈ 'ਚ ਧੱਕ ਰਹੇ ਸੀ। ਮੈਂ ਜ਼ਰੂਰ ਚਾਹਾਂਗਾ ਕਿ ਸੰਗਤ ਨੂੰ ਤੁਸੀਂ ਵੀ ਇੱਕ ਵਾਰ ਜ਼ਰੂਰ ਦੁਬਾਰਾ ਤੋਂ ਯਾਦ ਕਰਾਓ ਕਿ ਉਹ ਬੁੱਕਲ ਦੇ ਸੱਪ ਕਿਹੜੇ ਸੀ। ਮੈਂ ਤਾਂ ਨਹੀਂ ਡਰਦੀ ਇਹ ਗੱਲ ਕਹਿਣ ਤੋਂ, ਜਿੱਥੇ ਮਰਜ਼ੀ ਅਖਵਾ ਲਓ ਮੇਰੇ ਕੋਲੋਂ, ਉਹਦੇ ਵਿੱਚ ਲੌਂਗੋਵਾਲ, ਬਾਦਲ, ਟੋੜਾ, ਬਰਨਾਲਾ, ਰਾਮੂ ਵਾਲੀ ਹੈ, ਇਹ ਸਾਰੀ ਚੰਡਾਲ ਚੌਕੜੀ ਜਿਹੜੀ ਇੰਦਰਾ ਗਾਂਧੀ ਨਾਲ ਕਮਿਟਡ ਸੀਗੀ ਬਈ ਤੁਸੀਂ ਇਹਨਾਂ ਨੂੰ ਸਾਂਭੋ, ਅਸੀਂ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਨਿਬੇੜ ਲਵਾਂਗੇ, ਹੈ ਨਾ। ਤੇ ਉਹਨਾਂ ਨੇ ਕਰ ਵੀ ਲਿਆ। ਜੋ ਹਾਲਾਤ ਬਣੇ ਫਿਰ ਉਹਨਾਂ ਦੀ ਵਜ੍ਹਾ ਕਰਕੇ ਬਣੇ। ਉਹਨਾਂ ਨੇ ਤਾਂ ਖਾਲਸਾਈ ਤਵਾਰੀਖ ਦੇ ਉੱਤੇ ਆਪਣੇ ਪਵਿੱਤਰ ਖੂਨ ਦੇ ਨਾਲ ਸਾਈਨ ਕਰ ਦਿੱਤੇ, ਜੋ ਕਿਹਾ ਸੀ ਉਹਨਾਂ ਨੇ ਕਰਕੇ ਵਿਖਾਇਆ। ਅੱਜ ਦੇ ਲੋਕਾਂ ਦੇ ਵਿੱਚ ਤੇ ਉਹਨਾਂ ਲੋਕਾਂ ਦੇ ਵਿੱਚ ਇੰਨਾ ਹੀ ਫਰਕ ਹੈ ਵੀ ਉਹ ਕਥਨੀ ਤੇ ਕਰਨੀ ਦੇ ਸੂਰਬੀਰ ਯੋਧੇ ਸੀਗੇ ਤੇ ਇਹਨਾਂ ਦੀ ਸਿਰਫ ਕਥਨੀ ਹੈ, ਕਰਨੀ ਨਹੀਂ ਹੈਗੀ। ਤਾਂ ਫਿਰ ਹੁਣ ਜੋ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਸੀਗੀ ਦੀਪ ਸਿੱਧੂ ਵਾਲੀ, ਬਈ ਉਹਨੇ ਵੀ ਖਾਲਸਾਈ ਤਵਾਰੀਖ ਦੇ ਉੱਤੇ ਸਾਈਨ ਕਰ ਦਿੱਤੇ ਆਪਣੇ, ਜਦੋਂ ਉਹ ਤੁਰ ਪਿਆ। ਬਿਲਕੁਲ, ਜਦੋਂ ਕੋਈ ਆਪਣੇ ਇਤਿਹਾਸ ਤੋਂ, ਗੌਰਵਮਈ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਕੋਈ ਨੌਜਵਾਨ ਹੋਵੇ, ਬਜ਼ੁਰਗ ਹੋਵੇ, ਕੋਈ ਬੱਚਾ ਹੋਵੇ, ਜਦੋਂ ਕੋਈ ਪ੍ਰਭਾਵਿਤ ਹੋ ਕੇ ਆਪਣੀ ਆਖਰੀ ਫਤਿਹ ਬੁਲਾ ਕੇ ਆਪਣੇ ਪਰਿਵਾਰ ਨੂੰ ਤੁਰ ਪੈਂਦਾ, ਪਿੱਛੇ ਨਹੀਂ ਮੁੜਦਾ। ਫਿਰ ਜਿਹੜਾ ਉਹਨੂੰ ਹੁਣ ਦੇਖੋ, ਹੁਣ ਉਹਨੂੰ ਫਿਰ ਉਹਦਾ ਨਿੱਜੀ ਜੀਵਨ ਦੇ ਵਿੱਚ ਉਹਨੂੰ ਉਲਝਾ ਕੇ ਉਹਦੀ ਸ਼ਖਸੀਅਤ ਨੂੰ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਦੁਸ਼ਮਣ, ਲੇਕਿਨ ਅਸੀਂ ਉਲਝ ਰਹੇ ਹਾਂ। ਉਹਦੀ ਪਰਸਨਲ ਲਾਈਫ ਹੈ ਬਈ, ਉਹਦਾ ਖਹਿੜਾ ਛੱਡੋ। ਉਹਨੇ ਕੌਮ ਲਈ ਕੀ ਕੀਤਾ ਹੈ, ਉਹਨੇ ਆਪਣੇ ਕੌਮੀ ਸੰਘਰਸ਼ ਨੂੰ ਅੱਗੇ ਤੋਰਨ ਵਾਸਤੇ ਜੋ ਦਾ ਯੋਗਦਾਨ ਹੈ ਉਹਨੂੰ ਸਲੂਟ ਕਰਨਾ ਬਣਦਾ ਹੈ। ਬਿਲਕੁਲ, ਔਰ ਉਹ ਪਿੱਛੇ ਨਹੀਂ ਮੁੜਿਆ ਫਿਰ। ਬਿਲਕੁਲ, ਕਿਉਂਕਿ ਦੀਪ ਨੂੰ ਮੈਂ ਪਰਸਨਲੀ ਜਾਣਦਾ, ਬਹੁਤ ਇੰਟਰਵਿਊਜ਼ ਵਧੀਆ ਕੀਤੀਆਂ ਨੇ, ਤੇ ਜਿੱਥੇ ਵੀ ਸੰਗਤ ਦੇ ਵਿੱਚ ਸੰਬੋਧਨ ਕਰਨ ਦਾ ਮੌਕਾ ਮਿਲਦਾ, ਕਿਉਂਕਿ ਦੀਪ ਦੇ ਲਗਾਤਾਰ ਭੋਗ ਅਜੇ ਤੱਕ ਪੈ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੇ ਪਿਆਰ ਕਰਦੇ ਸੀ, ਤੇ ਬਹੁਤ ਸਾਰੇ ਅਜਿਹੇ ਵੀ ਨੇ ਮਸੰਦ ਜਿਹੜੇ ਉਸ ਦੇ ਨਾਮ ਦਾ ਫਾਇਦਾ ਚੱਕ ਕੇ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਜਿਹਨਾਂ ਨੂੰ ਬੇਨਕਾਬ ਕਰਨ ਦੇ ਵਿੱਚ ਅਸੀਂ ਲਗਾਤਾਰ ਜੂਝ ਰਹੇ ਹਾਂ, ਲੱਗੇ ਹੋਏ ਹਾਂ। ਪਰ ਜਿਹੜੇ ਰਾਹ ਦੇ ਉੱਤੇ ਦੀਪ ਤੁਰਿਆ ਸੀ, ਜਿਹੜੇ ਰਾਹ ਦੇ ਉੱਤੇ ਸੰਤਾਂ ਨੇ ਪਹਿਰਾ ਦਿੱਤਾ ਸੀ, ਜਿਹੜੇ ਰਾਹ ਦੇ ਉੱਤੇ ਉਸ ਤੋਂ ਬਾਅਦ ਸੈਂਕੜੇ ਹਜ਼ਾਰਾਂ ਸਿੰਘਾਂ ਨੇ ਪਹਿਰਾ ਦਿੱਤਾ ਸੀ, ਜਿਸ ਰਾਹ ਦੇ ਉੱਤੇ ਕੁਝ ਬੁੱਚੜ ਤੁਰੇ ਤੇ ਉਹਨਾਂ ਦੇ ਘਰਾਂ 'ਚੋਂ ਕੋਹ ਕੇ ਬੇਕਸੂਰੇ ਨੌਜਵਾਨ, ਮੁੱਛ ਫੁੱਟ ਨੌਜਵਾਨ, 14-14 ਸਾਲ ਦੇ ਬੱਚੇ ਚੱਕ ਕੇ ਮਾਰ ਦਿੱਤੇ। ਇਤਿਹਾਸ ਸਾਰਾ ਲਿਖਿਆ ਗਿਆ ਹੈ। ਉਸ ਇਤਿਹਾਸ ਦੇ ਵਿੱਚ ਕਿਹੜੇ ਸ਼ਹੀਦ ਨੇ, ਕਿਹੜੇ ਯੋਧੇ ਨੇ, ਕਿਹੜੇ ਸੂਰਮੇ ਨੇ, ਕਿਹੜੇ ਗੱਦਾਰ ਨੇ ਤੇ ਕਿਹੜੇ ਬੁੱਚੜ ਨੇ, ਉਹ ਉੱਕਰ ਗਿਆ ਹੈ, ਉਹ ਬਦਲਿਆ ਨਹੀਂ ਜਾਣਾ। ਤੇ ਇਸ ਵੇਲੇ ਵੀ ਇਤਿਹਾਸ ਲਿਖਿਆ ਜਾ ਰਿਹਾ ਹੈ ਲਗਾਤਾਰ, ਕਿਉਂਕਿ ਦੀਪ ਹੀ ਕਹਿੰਦਾ ਹੁੰਦਾ ਸੀ ਕਿ ਜਦੋਂ ਕਿਸਾਨੀ ਮੋਰਚਾ ਲੈ ਕੇ ਅਸੀਂ ਦਿੱਲੀ ਦੀ ਹਿੱਕ ਤੇ ਪਹੁੰਚੇ ਸੀ, ਉਦੋਂ ਪਰਮਾਤਮਾ ਨੇ ਇੱਕ ਕਲਾ ਵਰਤਾਈ ਸੀ, ਤੇ ਅਜੇ ਤੱਕ ਉਹ ਕਲਾ ਚੱਲ ਹੀ ਰਹੀ ਹੈ, ਮੁੱਕੀ ਨਹੀਂ। ਇਤਿਹਾਸ ਲਿਖਿਆ ਜਾ ਰਿਹਾ ਹੈ, ਕਲਮ ਰੁਕੀ ਨਹੀਂ ਜੀ। ਇੱਕ ਗੱਲ ਹੋਰ ਕਹਿਣਾ ਚਾਹੁੰਦੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ, ਬਈ ਅੱਜ ਦੀ ਜਿਹੜੀ ਜਨਰੇਸ਼ਨ ਹੈ, ਜਾਂ ਸਾਡੀ ਜਵਾਨੀ ਹੈਗੀ ਆ, ਜਾਂ ਸਾਡੀ ਲੀਡਰਸ਼ਿਪ ਹੈਗੀ ਆ, ਉਹ ਇਸ ਗੱਲ ਤੋਂ ਸਬਕ ਸਿੱਖ ਲਵੇ ਬਈ ਜ਼ਾਲਮ ਹਕੂਮਤ ਦਾ ਨਿਸ਼ਾਨਾ ਇਕੱਲਾ ਸੰਤ ਜਰਨੈਲ ਸਿੰਘ ਨਹੀਂ ਸੀ। ਬਿਲਕੁਲ, ਸਾਡੀ ਆਸਥਾ ਸੀ। ਤੇ ਉਹ ਦੋ ਸੰਤ ਜਿਹੜੇ, ਇੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਦੂਜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਦੋਵੇਂ ਇਕੱਠੇ ਤੁਰਦੇ ਨੇ ਔਰ ਇੱਕੋ ਮਕਸਦ ਹੈ, ਇੱਕੋ ਨਿਸ਼ਾਨਾ ਸਾਰਿਆਂ ਦਾ। ਲੇਕਿਨ ਉਹਦੇ ਵਿੱਚ ਦੁਫਾੜ ਪਾ ਕੇ ਸੈਂਟਰ ਗਵਰਨਮੈਂਟ ਨੇ ਉਹਨੂੰ, ਜ਼ਾਲਮ ਨੇ ਉਹਨੂੰ ਯੂਜ਼ ਕਰ ਲਿਆ, ਇੱਕ ਨੂੰ ਯੂਜ਼ ਕਰ ਲਿਆ ਤੇ ਦੂਸਰਾ ਉਹਨਾਂ ਦੇ ਕਾਬੂ ਨਹੀਂ ਆਇਆ। ਲੇਕਿਨ ਉਹ ਮਾਰਨਾ ਦੋਵਾਂ ਨੂੰ ਚਾਹੁੰਦੀ ਸੀ। ਹਕੂਮਤ ਮਾਰਨਾ ਦੋਵਾਂ ਨੂੰ ਚਾਹੁੰਦੀ ਹੈ। ਇੱਕ ਤਾਂ ਸੂਰਬੀਰਾਂ ਯੋਧਿਆਂ ਵਾਲੀ ਮੌਤ ਮਰ ਰਿਹਾ ਤੇ ਦੂਸਰਾ ਗਦਾਰਾਂ ਦੀ ਮੌਤ ਮਰ ਰਿਹਾ। ਅੱਜ ਦੇ ਵੀ ਜਿਹੜੇ ਲੀਡਰਸ਼ਿਪ ਜਿਹੜੀ ਗਦਾਰੀ ਦੇ ਰਾਹ ਤੁਰੀ ਆ, ਉਹਦੇ ਤੋਂ ਸਬਕ ਸਿੱਖ ਲਵੇ। ਭਾਈ ਤੁਹਾਡਾ ਕੋਈ ਨਹੀਂ ਕੁਛ ਲੱਗਦਾ, ਜ਼ਾਲਮ ਹਕੂਮਤ ਵਾਸਤੇ ਤੁਸੀਂ ਸਾਰੇ ਹੀ ਟਾਰਗੇਟ ਹੋ। ਬਿਲਕੁਲ, ਭੁੱਲ ਜਾਓ ਬਈ ਜੇ ਤੁਸੀਂ ਗਦਾਰੀਆਂ ਕਰੋਗੇ ਤੇ ਜ਼ਾਲਮ ਹਕੂਮਤ ਤੁਹਾਨੂੰ ਬਖਸ਼ ਦੇਵੇਗੀ,
ਤੇ ਮੁਰਦਿਆਂ ਵਾਲੀ ਜ਼ਿੰਦਗੀ ਜਿਉਣੀ ਛੱਡ ਦਿਓ। ਤੁਸੀਂ ਜਿਹੜਾ ਬਾਬਾ ਬਣਨ ਦਾ ਸ਼ੌਂਕ, ਅਮੀਰ ਹੋਣ ਦਾ ਸ਼ੌਂਕ, ਲੀਡਰ ਬਣਨ ਦਾ ਸ਼ੌਂਕ, ਜਿਹੜਾ ਜਦੋਂ ਇਹ ਤਿਆਗ ਦਿਓਗੇ ਕੌਮ ਆਜ਼ਾਦ ਹੋ ਜੂ। ਕਿ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ, ਦਿਲ ਕਰਦਾ ਵੀ ਉਹ ਇਤਿਹਾਸ ਤੁਹਾਡੇ ਤੋਂ ਲਗਾਤਾਰ ਅਸੀਂ ਜਾਣੀਏ, ਜਿਸ ਇਤਿਹਾਸ ਨੂੰ ਸੁਣ ਕੇ ਜਾਣ ਕੇ ਸਾਡੇ ਨੌਜਵਾਨੀ ਦੇ ਅੰਦਰ ਜੋਸ਼ ਆਵੇ, ਉਹਨਾਂ ਨੂੰ ਪਤਾ ਲੱਗੇ ਕਿ ਉਹ ਵਾਰਿਸ ਕਿਹਨਾਂ ਦੇ ਨੇ ਤੇ ਇਹ ਕੌਮ ਕਿੱਦਾਂ ਆਪਣੇ ਰਾਜ ਭਾਗ ਵਾਸਤੇ ਲਗਾਤਾਰ ਜੂਝਦੀ ਰਹੀ ਹੈ, ਜਿਹਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਨੇ। ਤੇ ਕੀ ਕਹਿਣਾ ਚਾਹੋਗੇ? ਤੇ ਮੈਂ ਚਾਹਾਂਗਾ ਕਿ ਇੱਕ ਉਹ ਥੋੜ੍ਹਾ ਜਿਹਾ ਇੰਸੀਡੈਂਟ ਜ਼ਰੂਰ ਦੱਸਣਾ ਕਿ 18 ਦਿਨ ਦੇ ਬੱਚਾ ਤੁਸੀਂ ਛਾਤੀਆਂ ਲਾ ਕੇ ਜਿਹਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਆਖਿਰ ਕੀ ਵਾਪਰਿਆ ਸੀ? ਅਸੀਂ ਦੇਖੋ 20ਵੀਂ ਸਦੀ ਦੇ ਮਹਾਨ ਕੌਮੀ ਜਰਨੈਲ ਮਰ ਜੀਵੜਾ, ਕੌਮ ਦਾ ਆਗੂ, ਜਿਹਦੀ ਅਗਵਾਈ ਦੇ ਵਿੱਚ ਅਸੀਂ ਇਹ ਲੜਾਈ ਲੜ ਰਹੇ ਸੀਗੇ। ਮੈਨੂੰ ਨਹੀਂ ਲੱਗਦਾ ਵੀ ਮੈਨੂੰ ਰਤੀ ਭਰ ਵੀ ਕਿਤੇ ਕੋਈ ਖੌਫ ਆਇਆ ਮੇਰੇ ਮਨ ਦੇ ਵਿੱਚ ਵੀ ਮੇਰਾ ਮਾਸੂਮ ਬੱਚਾ ਹੈ ਤੇ ਮੈਂ ਇਹਨੂੰ ਲੈ ਕੇ ਨਿਕਲ ਜਾਵਾਂ ਜਾਂ ਮੈਂ ਇਹਨੂੰ ਕਿਸੇ ਨੂੰ ਫੜਾ ਦੇਵਾਂ। ਇਹ ਸੋਚਦੀ ਸੀ ਕਿ ਜਿਹੋ ਜਿਹੇ ਹਾਲਾਤਾਂ 'ਚ ਇਹ ਪਲੂਗਾ ਉੱਦਾਂ ਦਾ ਨਿਕਲੂਗਾ, ਸਾਡਾ ਨਾਮ ਬਦਨਾਮ ਕਰੂਗਾ। ਤੇ ਮਤਲਬ ਇੱਕ ਸਕਿੰਟ ਲਈ ਵੀ ਮੇਰੇ ਮਨ 'ਚ ਨਹੀਂ ਆਇਆ। ਉਹ ਬੱਚਾ 18 ਦਿਨ ਦਾ ਹੀ ਸੀਗਾ, 18 ਦਿਨ ਰੋਇਆ ਹੀ ਨਹੀਂ। ਇਹੋ ਜਿਹੇ ਹਾਲਾਤ ਅੰਦਰ ਦੇ, ਇੰਨੀ ਗਰਮੀ, ਇੰਨੀ ਭੁੱਖ ਤੇ ਇਹੋ ਜਿਹਾ ਅੰਦਰ ਦਾ ਮਤਲਬ ਅਥਰੂ ਗੈਸ ਦੇ ਗੋਲਿਆਂ ਦੀ ਇੰਨੀ ਗੈਸ ਵੱਡਿਆਂ ਨੂੰ ਚੜ੍ਹ ਰਹੀ ਸੀ, ਉਹ ਚੂਮ ਨਹੀਂ ਕੀਤੀ ਉਹਨੇ। ਉਹ ਆਮ ਬੱਚਾ ਨਹੀਂ ਸੀ ਹੈਗਾ, ਉਹ ਸਧਾਰਨ ਬੱਚਾ ਨਹੀਂ ਸੀ ਹੈਗਾ। ਬਾਕੀ ਅਸੀਂ ਜਿਵੇਂ ਹੁਣ ਦੇਖੋ, ਅਸੀਂ ਮਾਸੂਮ ਬੱਚਾ ਵੀ ਮੈਂ ਲੈ ਕੇ ਤੇ ਮੈਂ ਉਸ ਕੌਮੀ ਆਗੂ ਦੀ ਅਗਵਾਈ ਦੇ ਵਿੱਚ ਅਸੀਂ ਉਹਨੂੰ ਸਮਰਪਿਤ ਹੀ ਇੰਨੇ ਸੀਗੇ ਬਈ ਅਸੀਂ ਇੱਕ ਸਕਿੰਟ ਲਈ ਵੀ ਨਹੀਂ ਸੋਚਿਆ ਵੀ ਅਸੀਂ ਇਹਨੂੰ ਬੱਚੇ ਨੂੰ ਲੈ ਕੇ ਨਿਕਲ ਜਾਈਏ। ਇਤਿਹਾਸ ਸਿਰਜਣਾ ਚਾਹੁੰਦੇ ਸੀ। ਇਤਿਹਾਸ ਨੂੰ ਜੇ ਤੁਸੀਂ ਬਚਾਉਣਾ ਤੇ ਉਹਨੂੰ ਜੀ ਕੇ ਬਚਾ ਸਕਦੇ ਹੋ। ਜੇ ਤੁਸੀਂ ਕਹੋ ਨਾ ਇਹ ਕਿਤਾਬਾਂ 'ਚ ਇਤਿਹਾਸ ਬਚਾ ਲਈਏ ਤੇ ਕੌਮ ਦੇ ਅੰਦਰੋਂ ਜਜ਼ਬਾ ਖਤਮ ਕਰਕੇ ਬਚਾ ਲਈਏ ਤੇ ਨਹੀਂ ਬਚੇਗਾ। ਤੋ ਇਤਿਹਾਸ ਨੂੰ ਬਚਾਉਣ ਵਾਸਤੇ ਸਮੇਂ-ਸਮੇਂ ਮਰ ਜੀਵੜਿਆਂ ਦੀ ਇਹ ਕੌਮ ਹੈਗੀ, ਜੇ ਮੌਤ ਤੋਂ ਡਰਦੀ ਲੁਕੀ ਬੈਠੀ ਰਹੀ ਤਾਂ ਫਿਰ ਕਿਵੇਂ ਇਤਿਹਾਸ ਨੂੰ ਬਚਾਊਗੀ? ਬਿਲਕੁਲ ਜੀ, ਬਿਲਕੁਲ। ਤੇ ਮੌਤ ਤੋਂ ਜਦੋਂ ਮੌਤ ਦੇ ਭੈ ਚੋਂ ਨਿਕਲਣਗੇ, ਇਹ ਮੌਤ ਤੇ ਫਤਿਹ ਪਾਉਣਗੇ। ਮਰ ਜੀਵੜਿਆਂ ਦੀ ਕੌਮ ਤਾਂ ਹੀ ਇਹਨੂੰ ਕਹਿੰਦੇ, ਇਹ ਮੌਤ ਤੋਂ ਨਹੀਂ ਡਰਦੇ। ਇਹ ਕਮਿਟਡ ਲੋਕ ਨੇ, ਇਹ ਅਕਾਲ ਪੁਰਖ ਤੇ ਇੰਨਾ ਭਰੋਸਾ ਕਰਦੇ ਨੇ ਵੀ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ, ਜੋ ਕੁਝ ਵੀ ਹੋ ਰਿਹਾ ਉਹਦੀ ਰਜ਼ਾ 'ਚ ਹੋ ਰਿਹਾ। ਤੇ ਜਿਹੜਾ ਇਹ ਕਹਿੰਦੇ ਹੀ ਨਹੀਂ, ਇਹ ਕਰਦੇ ਨੇ। ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਗਿਆ ਲਾਗੇ ਮੇਰਾ। ਅੱਜ ਉਸ ਬੱਚੇ ਦੀ ਸ਼ਹਾਦਤ ਤੋਂ ਬਾਅਦ ਉਹਦੀ ਪਿੱਠ ਚੀਰ, ਉਦੋਂ ਹੀ ਉਹਨੂੰ ਮੈਂ ਚੁੱਕ ਕੇ ਗਲ ਨਾਲ ਲਾਇਆ, ਥੰਮ ਪਿੱਛੇ ਲਟਾਇਆ ਹੋਇਆ ਸੀ ਤੇ ਮੈਂ ਤਾਂ ਸਿੰਘ ਸਾਹਿਬ ਨਾਲ ਬੈਠੀ ਹੋਈ ਸੀ। ਉਦੋਂ ਹੀ ਉਹਨੂੰ ਚੁੱਕ ਕੇ ਗਲ ਨਾਲ ਲਾਇਆ ਰਾਤ ਦੇ 12:15 ਵਜੇ 5 ਜੂਨ ਦੀ ਰਾਤ ਨੂੰ। ਤੇ ਮੈਂ ਥੱਪੜ ਰਹੀ ਸੀ ਉਹਨੂੰ ਦੁੱਧ ਦੇ ਕੇ। ਮੈਨੂੰ ਕਹਿੰਦੇ ਵੀ ਬੱਚੇ ਨੂੰ ਚੁੱਕ ਲਿਆ, ਹੁਣ ਸਮਾਂ ਆਪਣਾ ਆਖਰੀ ਆ, ਮੌਤ ਦਰਵਾਜ਼ੇ ਤੇ ਖੜੀ ਹੈ ਤੇ ਉਹਨੂੰ ਲੈ ਆ ਹੁਣ ਚੁੱਕ ਕੇ। ਤੇ ਉਹਨੂੰ ਚੁੱਕ ਕੇ ਲਿਆ ਕੇ ਦੁੱਧ ਦੇ ਕੇ ਛਾਤੀ ਨਾਲ ਲਾਇਆ। ਫਿਰ ਉਹ ਇਹ ਕੀਰਤਨ ਸੋਹਲੇ ਦਾ ਪਾਠ ਕਰਨ ਲੱਗੇ ਤੇ ਅਰਦਾਸ ਕੀਤੀ ਤੇ ਮੈਨੂੰ ਕਹਿੰਦੇ ਅਸੀਂ ਇੱਕ ਦੂਸਰੇ ਨੂੰ ਆਖਰੀ ਫਤਿਹ ਬੁਲਾਈ, ਮੇਰਾ ਦੇ ਪੈਰੀਂ ਹੱਥ ਲਾਏ ਤੇ ਬੱਚੇ ਦਾ ਮੱਥਾ ਚੁੰਮਿਆ ਉਹਨਾਂ ਨੇ। ਤੇ ਅਜੇ ਅਸੀਂ ਗੁਰੂ ਕਰ ਹੀ ਰਹੇ ਸੀਗੇ। ਗੋਲੀ ਚੀਰੀ, ਇੱਕ ਜਾਲੀ ਦੇ ਅੱਗੇ ਬੈਠੇ ਹੋਏ ਸੀ, ਜਾਲੀ ਚੀਰ ਕੇ ਗੋਲੀ ਜਦੋਂ ਅੰਦਰ ਆਈ ਤੇ ਬੱਚੇ ਦੀ ਪਿੱਠ ਚੀਰ ਕੇ ਮੇਰੀ ਛਾਤੀ ਦੇ ਅੰਦਰ ਲੰਘੀ ਤੇ ਇੱਥੇ ਪਿੱਛੇ ਜਾ ਕੇ ਅੜ ਗਈ, ਸਪੀਡ ਘਟ ਗਈ ਗੋਲੀ ਦੀ। ਤੇ ਦੂਸਰੀ ਗੋਲੀ ਮੈਂ ਹੇਠਾਂ, ਮੇਰੀ ਛਾਤੀ ਤੇ ਬੇਟਾ ਸੀ ਤੇ ਇਹਨਾਂ ਦੀ ਪੁੜਪੁੜੀ 'ਚੋਂ ਜਦੋਂ ਇਹਨਾਂ ਨੇ ਮੇਰੇ ਵੱਲ ਦੇਖਿਆ ਤੇ ਪੁੜਪੁੜੀ 'ਚ ਗੋਲੀ ਆਰ ਪਾਰ ਹੋਈ ਤੇ ਇਹ ਮੇਰੇ ਸਿਰ ਤੇ ਡਿੱਗੇ। ਹੇਠਾਂ ਮੈਂ, ਛਾਤੀ ਤੇ ਬੇਟਾ ਤੇ ਸਿਰ ਤੇ ਇਹ ਆਖਰੀ ਦਮ, ਮਤਲਬ ਆਖਰੀ ਸਾਹ ਇਹਨਾਂ ਨੇ ਮੇਰੇ ਸਿਰ ਤੇ ਲਿਆ ਤੇ ਬੇਟਾ ਤੇ ਉਸੇ ਵੇਲੇ ਹੀ ਪੂਰਾ ਹੋ ਗਿਆ। ਤੇ ਮੈਨੂੰ ਬਾਅਦ ਦੁਪਹਿਰ ਤੱਕ ਦੋਵੇਂ ਲਾਸ਼ਾਂ ਮੇਰੇ ਉੱਤੇ ਹੀ ਸੀਗੀਆਂ। ਤੇ ਜਦੋਂ ਫੌਜ ਅੰਦਰ ਆਈ ਫਿਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ। ਉਸੇ ਹਾਲਤ ਵਿੱਚ ਹੀ 4 ਸਾਲ ਜੇਲ੍ਹਾਂ 'ਚ ਰਹੀ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ। ਸੰਤਾਂ ਨੇ ਕਿਹਾ ਸੀ ਵੀ ਰੋਣਾ ਨਹੀਂ, ਜੇ ਮੇਰੇ ਤੇ ਕੋਈ ਭਾਣਾ ਵਰਤ ਗਿਆ ਤੇ ਤੁਸੀਂ 5 ਜਕਾਰੇ ਛੱਡਣੇ, ਜੇ ਤੂੰ ਰੋਈ ਤੇ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡਾ।